ਸਭ ਤੋਂ ਪਹਿਲਾ ਸਵਾਲ ਇਹੀ, ਕੱਲ ਤੁਹਾਨੂੰ 2 ਘੰਟੇ ਦੇ ਲਈ 에ਅਰਪੋਰਟ ਦੇ ਉੱਪਰ ਰੋਕਿਆ ਗਿਆ। ਆਖਿਰਕਾਰ ਉੱਥੇ ਹੋਇਆ ਕੀ? ਇਹ ਮੈਂ ਸਮਝਦਾ ਵੀ ਚੰਗਾ ਨਹੀਂ ਹੋਇਆ, ਪਰ ਜੋ ਹੋਇਆ ਕਿਸੇ ਨਾ ਕਿਸੇ ਨੇ ਸ਼ਿਕਾਇਤ ਕੀਤੀ ਹੋਣੀ ਆ। ਕੋਈ ਸਰਕਾਰ ਦੀ ਇੱਕ ਨੀਤੀ ਦੇ ਬਾਰੇ ਜਦੋਂ ਗੱਲ ਕਰਦਾ ਇਹਦਾ ਮਤਲਬ ਵੀ ਉਹ ਕੋਈ ਐਂਟੀ ਨੈਸ਼ਨਲ ਐਂਟੀ ਇੰਡੀਆ ਨਹੀਂ ਹੋ ਜਾਂਦਾ। ਇਹ ਕੋਈ ਤੁੱਕ ਨਹੀਂ ਬਣਦਾ। ਐਸੀ ਤਾਂ ਜਿਹੜੀ ਆਪਣੀ ਸਰਕਾਰ ਆ, ਉੱਥੇ ਯੂਕੇ ਦੀ ਸਰਕਾਰ ਆ, ਇਹ ਤਾਂ ਉਹਨਾਂ ਨੂੰ ਆੜੇ ਹੱਥੇ ਲੈਣੇ ਤਾਂ 2 ਮਿੰਟ ਨਹੀਂ ਸੋਚਦੇ। ਇਹ ਵੀ ਜਾਣਕਾਰੀ ਮਿਲੀ ਕਿ ਤੁਹਾਡੇ ਕੋਲ ਦਸਤਾਵੇਜ਼ ਕੁਝ ਘੱਟ ਸੀਗੇ, ਉਸੇ ਵੀਜ਼ਾ ਹੈ ਨਹੀਂ ਸੀਗਾ, ਕੀ ਇਹ ਗੱਲ ਸੱਚ ਹੈ? ਇਹ ਸਰਾਸਰ ਗਲਤ ਹੈ। ਮੈਂ ਕਿਹਾ ਦੇਖੋ ਇੱਥੇ ਸਾਰੇ ਅੱਧੀ ਦੁਨੀਆ ਦੇ ਤਾਂ ਇੱਥੇ ਸਟੈਂਪਾਂ ਲੱਗੀਆਂ ਪਈਆਂ ਪਾਸਪੋਰਟ ਤੇ, ਤੁਸੀਂ ਮੈਨੂੰ ਦੱਸੋ ਕਿਹੜਾ ਦੇਸ਼ ਜਿੱਥੇ ਮੈਂ ਨਹੀਂ ਗਿਆ ਹੋਇਆ। ਪਰ ਤੁਹਾਨੂੰ ਇਸ ਵਾਰੀ ਕਿਉਂ ਲੱਗਦਾ ਕਿ ਫਾਰਮਰ ਪ੍ਰੋਟੈਸਟ ਦੇ ਕਾਰਨ ਤੁਹਾਡੇ ਨਾਲ ਅਜਿਹਾ ਵਤੀਰਾ ਕੀਤਾ ਗਿਆ, ਔਰ ਹੇਟਰਸ ਹੈ ਕੌਣ ਨੇ? ਮੈਂ ਤਾਂ ਇਹ ਪਾਰਲੀਮੈਂਟ ਦੇ ਵਿੱਚ ਵੀ ਗੱਲ ਆਖੀ ਸੀ। ਮੈਂ ਕਿਹਾ ਜਿਹੜੇ 2 ਰੁਪਈਆਂ ਦੀ ਟਵਿੱਟਰ ਟਰੋਲ ਫੈਕਟਰੀ ਹੈ ਨਾ, ਜਿਹੜੇ ਨਕਲੀ ਅਕਾਊਂਟ ਸਾਡੇ ਤੇ ਹੱਲਾ ਬੋਲੀ ਜਾਂਦੇ ਆ, ਇਹਦਾ ਮਤਲਬ ਇਹ ਨਹੀਂਗਾ ਵੀ ਸਾਡੇ ਵਰਗਿਆਂ ਨੇ ਸੱਚ ਹੱਕ ਦੀ ਆਵਾਜ਼ ਬੋਲਣੋਂ ਹਟ ਜਾਣਾ ਹੈ। ਜਦੋਂ ਇਹ ਖਬਰ ਬਾਹਰ ਨਿਕਲੀ ਤਾਂ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਬੜੀ ਤੇਜ਼ੀ ਨਾਲ ਫੈਲੀ। ਬੜੇ ਸਾਰੇ ਸਿਆਸਤਦਾਨਾਂ ਨੇ ਟਵੀਟ ਵੀ ਕੀਤੇ। ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਇਹ ਜਾਣਬੁੱਝ ਕੇ ਕਹਿੰਦੇ ਮੁੱਦਾ ਬਣਾਇਆ ਜਾ ਰਿਹਾ। ਕਹਿੰਦੇ USA ਦੇ ਵਿੱਚ ਜਦੋਂ ਜਾਂਦੇ ਆ ਤਾਂ ਕਹਿੰਦੇ 3-3 ਘੰਟੇ ਤੱਕ ਕਹਿੰਦੇ ਚੈਕਿੰਗ ਹੁੰਦੀ ਹੈ, ਪਰ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਪਰੇਸ਼ਾਨ ਕੀਤਾ ਜਾ ਰਿਹਾ। ਸਾਰੇ ਮੁਸਾਫਿਰ ਆਪਣੀ ਚੈਕਿੰਗ ਕਰਾ ਕੇ ਸਭ ਚਲੇ ਗਏ ਸੀ। ਇੱਕ ਇਹੀ ਨਾ ਚੀਜ਼ ਸੀਗਾ ਜਿਹੜਾ ਉੱਥੇ ਬਤੌਰ ਬੈਠਾ ਰਿਹਾ। ਸੋ ਇਹ 2.5 ਘੰਟੇ ਬਿਠਾਉਣਾ ਇਹ ਆਮ ਚੈਕਿੰਗ ਦੀ ਗੱਲ ਨਹੀਂ ਹੁੰਦੀ। ਇੱਥੇ ਵੀ ਉਹ ਧੱਕਾ ਲੱਗਦਾ ਕਿ ਬਾਹਰਲੇ ਜਿਹੜੇ ਵਿਅਕਤੀ ਨੇ ਉਹ ਸੋਚਦੇ ਹੋਊਗੇ ਵੀ ਜੇ ਇੱਥੇ ਮੈਂਬਰ ਆਫ ਪਾਰਲੀਮੈਂਟ ਦੇ ਨਾਲ ਇੱਦਾਂ ਹੋ ਸਕਦਾ ਆ ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਆ। ਬ੍ਰਿਟਿਸ਼ MP ਤਨਮਨਜੀਤ ਸਿੰਘ ਢੇਸੀ ਹੋਣਾ ਨੂੰ ਕੱਲ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ 2 ਘੰਟੇ ਦੇ ਲਈ ਰੋਕਿਆ ਗਿਆ, ਜਿਸ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਹੋਣਾ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਕਿ ਕੁਝ ਹੇਟਰਸ ਦੇ ਵੱਲੋਂ ਉਹਨਾਂ ਦੇ ਵੀਜ਼ੇ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ, ਕਿਉਂਕਿ ਉਹ ਫਾਰਮਰ ਪ੍ਰੋਟੈਸਟ ਦੇ ਵਿੱਚ ਫਾਰਮਰਸ ਦੇ ਨਾਲ ਖੜੇ ਸੀ ਔਰ ਉਸੇ ਦੀ ਕੀਮਤ ਅੱਜ ਉਹਨਾਂ ਨੂੰ ਚੁਕਾਉਣੀ ਪਈ ਆ। ਆਖਿਰਕਾਰ ਕੌਣ ਉਹ ਹੇਟਰ ਹੈਗੇ ਨੇ ਤੇ ਕਿਉਂ 2 ਘੰਟੇ ਦੇ ਲਈ ਰੋਕਿਆ ਗਿਆ? ਮੇਰੇ ਨਾਲ ਤਨਮਨਜੀਤ ਸਿੰਘ ਢੇਸੀ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਹਾਂ। ਢੇਸੀ ਸਾਹਿਬ, ਬਹੁਤ ਬਹੁਤ ਸਵਾਗਤ ਜਗਬਾਣੀ ਤੇ। ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਸਿੰਘ ਜੀ, ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਤੇ ਜਿਹੜੇ ਜਗਬਾਣੀ TV ਦੇ ਨਾਲ ਤੇ ਤੁਹਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ ਇਹ ਮੌਕਾ ਮਿਲਿਆ ਆ ਜੀ। ਧੰਨਵਾਦ, ਸਮਾਂ ਦਿੱਤਾ ਤੁਸੀਂ। ਅੱਛਾ ਢੇਸੀ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ, ਕੱਲ ਤੁਹਾਨੂੰ 2 ਘੰਟੇ ਦੇ ਲਈ 에ਅਰਪੋਰਟ ਦੇ ਉੱਪਰ ਰੋਕਿਆ ਗਿਆ। ਆਖਿਰਕਾਰ ਉੱਥੇ ਹੋਇਆ ਕੀ, ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਆ। ਜੀ ਦੇਖੋ, ਇੱਥੇ ਚਾਹੇ ਮੇਰਾ ਜਨਮ ਉਧਰ ਸਲੋ UK ਦਾ ਹੈਗਾ ਆ, ਪਰ ਮੈਂ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਵੇ, ਮੈਂ 4-5 ਸਾਲ ਇੱਥੇ ਪੰਜਾਬ ਦੇ ਵਿੱਚ ਵੀ ਪੜ੍ਹਿਆ ਆ। ਇੰਡੀਆ ਅਸੀਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰੀਦੀ ਆ ਅਤੇ ਬੱਚਿਆਂ ਨੂੰ ਵੀ ਇੱਥੇ 2-4 ਸਾਲ ਇੱਥੇ ਪੜ੍ਹਾਇਆ ਆ, ਤਾਂ ਕਿ ਉਹ ਇੱਥੇ ਜਿਹੜੀ ਪੰਜਾਬ ਦੀ ਮਿੱਟੀ ਆ, ਇੱਥੇ ਬੋਲੀ ਆ, ਸੱਭਿਆਚਾਰ ਦੇ ਨਾਲ, ਆਪਣੀ ਸਿੱਖੀ ਦੇ ਨਾਲ, ਇੱਥੇ ਜਿਹੜੇ ਧਾਰਮਿਕ ਸਥਾਨ ਇਹਨਾਂ ਦੇ ਨਾਲ ਜੁੜੇ ਰਹਿਣ। ਸੋ ਇਹੀ ਸਾਡੀ ਕੋਸ਼ਿਸ਼ ਹੁੰਦੀ ਆ। ਸੋ ਇਸ ਦੀ ਬਦੌਲਤ ਹਰ ਸਾਲ ਇੱਥੇ ਆਈਦਾ ਆ। ਅਤੇ ਇਸ ਸਾਲ ਵੀ ਮੈਂ ਆਪਣੀ ਨਿੱਜੀ ਫੇਰੀ 'ਤੇ ਆਇਆ ਸੀਗਾ। ਇਹ ਕੋਈ ਮੈਂ ਤਾਂ ਐਤਕੀ ਬਹੁਤ ਘੱਟ ਲੋਕਾਂ ਨੂੰ ਦੱਸਿਆ ਸੀਗਾ। ਚਲੋ ਇਹ ਤਾਂ ਸ਼ਾਇਦ ਇਹ ਤਾਂ ਖੈਰ ਗੱਲ ਇੱਦਾਂ ਹੋ ਗਈ, ਜਦੋਂ ਮੈਂ 에ਅਰਪੋਰਟ ਬੈਠਿਆਂ ਨੂੰ ਕਈਆਂ ਹੋਰਨਾਂ ਦਾ ਤੋਂ ਮੈਨੂੰ ਪਤਾ ਲੱਗ ਗਿਆ ਵੀ ਉਹਨਾਂ ਨੂੰ ਵੀ ਮੇਰਾ ਇੱਥੇ ਆਉਣ ਦਾ ਪਤਾ ਲੱਗਾ। ਪਰ ਮੈਂ ਦੇਖੋ ਉੱਥੋਂ ਬਕਾਇਦਾ ਆਪਣੀ ਟਿਕਟ ਲੈ ਕੇ ਪਾਸਪੋਰਟ, ਉੱਥੇ OCI ਆਪਣਾ ਜਿਹੜਾ ਵੀਜ਼ਾ ਕਾਰਡ ਆ, ਜਿਹੜਾ ਹੁੰਦਾ ਆ ਜ਼ਿੰਦਗੀ ਭਰ ਦਾ ਜਿਹੜਾ ਵੀਜ਼ਾ ਹੁੰਦਾ ਆ, ਜਿਹੜਾ NRIs ਨਾਲ ਜਿਹੜੀ ਸਹੂਲਤ ਇੱਥੋਂ ਇੰਡੀਆ ਸਰਕਾਰ ਵੱਲੋਂ ਉਪਲਬਧ ਹੈ, ਉਹਦੇ ਮੁਤਾਬਕ ਮੈਂ ਉੱਥੋਂ ਸਾਰਾ ਕੁਛ ਚੈੱਕ ਕਰ ਇੱਥੇ ਆਇਆ। ਲੰਡਨ ਤੋਂ ਸਾਡੀ ਜਿਹੜੀ ਉਹ ਉਡਾਨ ਆ 에ਅਰ ਇੰਡੀਆ ਦੀ, ਇੱਥੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ। ਇੱਥੇ ਮੈਂ ਆਪਣਾ ਪਾਸਪੋਰਟ ਦਿਖਾਇਆ, ਇਮੀਗ੍ਰੇਸ਼ਨ ਚੈੱਕ ਹੋਇਆ। ਫਿਰ ਉਹਨਾਂ ਨੇ ਕਿਹਾ ਤੁਹਾਡਾ ਵੀਜ਼ਾ ਜੀ OCI ਕਾਰਡ। ਫਿਰ ਮੈਂ ਆਪਣਾ OCI ਕਾਰਡ ਦਿਖਾਇਆ, ਉਹਨਾਂ ਨੇ OCI ਕਾਰਡ ਬਕਾਇਦਾ ਉਹ ਦੇਖਿਆ। ਫਿਰ ਉਹਨਾਂ ਜਦੋਂ ਕੰਪਿਊਟਰ 'ਚ ਆਪਣੇ ਪਾਇਆ, ਉਹ ਕਹਿੰਦੇ ਵੀ ਇੱਥੇ ਸਸਪੈਂਡ ਸ਼ੋ ਹੋ ਰਿਹਾ, ਵੀ ਇਹ 'ਚ ਕੁਛ ਮੁਸੀਬਤ ਆ, ਸੋ ਇਹ ਸਾਨੂੰ ਚੈੱਕ ਕਰਨਾ ਪਊਗਾ, ਤੁਸੀਂ ਜੀ ਇੱਥੇ ਬੈਠ ਜਾਓ ਜੀ। ਅਤੇ ਫਿਰ ਮੈਂ ਉੱਥੇ 10 ਮਿੰਟ ਬੈਠਾ ਰਿਹਾ, 20 ਮਿੰਟ ਬੈਠਾ ਰਿਹਾ, 25 ਮਿੰਟ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਜੀ ਭਾਈ ਸਾਹਿਬ, ਇਹ ਗੱਲ ਕੀ ਹੋ ਰਹੀ ਆ ਵੀ ਮੈਂ ਤਾਂ ਇੱਥੇ ਹਰ ਸਾਲ ਆਉਂਦਾ ਆ, ਇੱਥੇ ਇਹੋ ਜਿਹੀ ਮੁਸੀਬਤ ਕੀ ਆ ਵੀ ਤੁਸੀਂ ਮੈਨੂੰ ਹੁਣ ਇੱਥੇ 20-25 ਮਿੰਟ ਹੋ ਗਏ ਬਿਠਾਇਆ। ਤਾਂ ਉਹ ਕਹਿੰਦੇ ਦੇਖੋ ਜੀ ਇਹ ਹਜੇ ਸਸਪੈਂਡ ਆ, ਸਾਨੂੰ ਦੇਖਣਾ ਪੈਣਾ ਆ, ਦਿੱਲੀ ਤੋਂ ਗੱਲ ਕਰਨੀ ਪੈਣੀ ਆ ਜਦ ਤੱਕ। ਫਿਰ ਮੈਂ ਆਪਣੇ ਸਾਡੇ ਪਿਤਾ ਜੀ ਆ, ਸਾਡੇ ਚਾਚਾ ਜੀ ਹੁਣੀ ਆ, ਸਰ ਪਰਮਜੀਤ ਸਿੰਘ ਰਾਏਪੁਰ, ਜੋ SGPC ਦੇ ਮੈਂਬਰ ਵੀ ਨੇ ਇੱਥੇ ਆਦਮਪੁਰ ਤੋਂ, ਅਤੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ। ਸਾਡੇ ਪਿਤਾ ਜੀ ਜਸਪਾਲ ਸਿੰਘ ਢੇਸੀ, ਉਹਨਾਂ ਨੇ ਫਿਰ ਉੱਧਰ ਲੋਕਾਂ ਨੂੰ ਫ਼ੋਨ ਕੀਤਾ ਵੀ ਇਹ ਕੀ ਹੋ ਰਿਹਾ ਆ, ਵੀ ਕਿਉਂ ਖੱਜਲ ਖੁਆਰ ਕੀਤਾ ਜਾ ਰਿਹਾ ਸਾਡੇ ਬੱਚੇ ਨੂੰ। ਅਤੇ ਫਿਰ ਤਕਰੀਬਨ 2-2.5 ਘੰਟਿਆਂ ਬਾਅਦ 2.5 ਘੰਟੇ ਹੋ ਗਏ ਸੀਗੇ ਉੱਥੇ। ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਅੱਛਾ ਜੀ ਹੁਣ ਸਾਰਾ ਕੁਛ ਠੀਕ ਹੋ ਗਿਆ ਆ, ਤਾਂ ਹੁਣ ਸਾਨੂੰ ਦਿੱਲੀ ਤੋਂ ਵੀ ਕਲੀਅਰੈਂਸ ਮਿਲ ਗਈ ਆ ਜੀ, ਤਾਂ ਤੁਸੀਂ ਹੁਣ ਜਾ ਸਕਦੇ ਆ। ਸੋ ਇਹ ਹੋਇਆ ਇੱਦਾਂ। ਤਾਂ ਚਲੋ ਇਹ ਮੈਂ ਸਮਝਦਾ ਵੀ ਚੰਗਾ ਨਹੀਂ ਹੋਇਆ, ਪਰ ਜੋ ਹੋਇਆ
ਕਿਸੇ ਨਾ ਕਿਸੇ ਨੇ ਸ਼ਿਕਾਇਤ ਕੀਤੀ ਹੋਣੀ ਆ। ਤੇ ਦੇਖੋ ਮੇਰੇ ਵਰਗੇ ਜਿਹੜੇ ਹੈਗੇ ਆ ਵਿਅਕਤੀ ਆ, ਅਸੀਂ ਹਮੇਸ਼ਾ ਇੰਡੀਆ ਦੀ ਹੱਕ ਦੇ ਵਿੱਚ, ਪੰਜਾਬ ਦੇ ਹੱਕ ਦੇ ਵਿੱਚ, ਪੰਜਾਬੀਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਰਹਿੰਦੇ ਆ। ਪਰ ਇਸ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ 'ਤੇ ਵੀ ਸਮੇਂ-ਸਮੇਂ 'ਤੇ ਆਵਾਜ਼ ਬੁਲੰਦ ਕਰਨੀ ਇਹ ਮੇਰਾ ਫਰਜ਼ ਆ। ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਵੀ, ਬਰਤਾਨਵੀ ਪਾਰਲੀਮੈਂਟ ਦਾ ਇੱਕ ਜਿਹੜਾ ਅੰਗ ਹੋਣ ਦੇ ਨਾਤੇ ਵੀ ਇਹ ਮੇਰਾ ਫਰਜ਼ ਆ। ਪਰ ਇੱਕ ਸਿੱਖ ਹੋਣ ਦੇ ਨਾਤੇ ਵੀ ਇਹ ਮੇਰਾ ਫਰਜ਼ ਆ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਆ, ਸਾਨੂੰ ਇਹ ਗੁੜਤੀ 'ਚੋਂ ਇਹ ਚੀਜ਼ਾਂ ਮਿਲੀਆਂ ਨੇ ਕਿ ਤੁਸੀਂ ਆਪਣੇ ਹੱਕਾਂ ਲਈ ਵੀ ਖੜਨਾ ਆ ਅਤੇ ਹੋਰਨਾਂ ਦੇ ਹੱਕਾਂ ਲਈ ਵੀ, ਜਿਹੜੇ ਮਜ਼ਲੂਮਾਂ ਦੇ ਹੱਕਾਂ ਲਈ ਵੀ ਖੜਨਾ ਆ। ਅਤੇ ਦੇਖੋ ਜੇ ਇੱਥੇ ਇੰਡੀਆ 'ਚ ਜਦੋਂ ਮੈਂ ਪਿਛਲੇ ਸਾਲ ਇੱਥੇ ਆਇਆ, ਮੈਨੂੰ ਬਹੁਤ ਪਿਆਰ ਮਿਲਿਆ, ਤਾਂ ਮੈਂ ਬਹੁਤ ਰਿਣੀ ਵੀ ਹਾਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਦਾ, ਜਿਹੜੇ ਆਪਣੇ ਇੱਥੇ ਕਿਸਾਨ ਜਥੇਬੰਦੀਆਂ ਦਾ, ਜਿਹੜੇ ਯੂਨੀਅਨਸ ਨੇ, ਜਾਂ ਹੋਰ ਜਿਹੜੇ ਹੁਣ ਸਾਡੇ ਮੀਡੀਆ 'ਚ ਵੀ ਮਿੱਤਰ ਸੱਜਣ ਨੇ, ਜਿਹੜਾ ਹੋਰ ਇੱਥੇ ਪੰਜਾਬੀਆਂ ਵੱਲੋਂ, ਇੰਡੀਅਨ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਅਤੇ ਉਹਨਾਂ ਨੇ ਸਨਮਾਨ ਵੀ ਕੀਤਾ। ਪਰ ਇਸ ਦੇ ਨਾਲ ਨਾਲ ਮੈਂ ਉਹਨੂੰ ਉਦੋਂ ਵੀ ਇਸ ਗੱਲ ਦਾ ਇਲਮ ਸੀਗਾ ਵੀ ਉਦੋਂ ਵੀ ਕੁਛ ਜਿਹੜੇ ਸ਼ਖਸ ਜਿਹੜੇ ਸੀਗੇ ਜੋ ਨਫ਼ਰਤ ਦੇ ਭਰੇ ਸੀਗੇ, ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਇਹ ਬੰਦੇ ਦਾ ਵੀਜ਼ਾ ਕੈਂਸਲ, ਇਹ ਰੱਦ ਕੀਤਾ ਜਾਵੇ, ਕਿਉਂਕਿ ਇਹ ਜੋ ਸਰਕਾਰ ਦੇ ਖਿਲਾਫ ਬੋਲਿਆ, ਇਹ ਐਂਟੀ ਇੰਡੀਆ, ਐਂਟੀ ਨੈਸ਼ਨਲ ਆ, ਇਹ ਕਿਸਾਨ ਮੋਰਚੇ 'ਚ ਇੱਦਾਂ ਕਿਹਾ ਆ ਜੀ, ਇਹ ਖਾਲਿਸਤਾਨੀ ਆ, ਇੱਦਾਂ ਆ। ਮੈਂ ਕਿਹਾ ਦੇਖੋ ਕੋਈ ਸਰਕਾਰ ਦੀ ਇੱਕ ਨੀਤੀ ਦੇ ਬਾਰੇ ਜਦੋਂ ਗੱਲ ਕਰਦਾ ਇਹਦਾ ਮਤਲਬ ਵੀ ਉਹ ਕੋਈ ਐਂਟੀ ਨੈਸ਼ਨਲ, ਐਂਟੀ ਇੰਡੀਆ ਨਹੀਂ ਹੋ ਜਾਂਦਾ, ਇਹ ਕੋਈ ਤੁੱਕ ਨਹੀਂ ਬਣਦਾ। ਐਸੇ ਤਾਂ ਜਿਹੜੀ ਆਪਣੀ ਸਰਕਾਰ ਆ, ਉੱਥੇ ਯੂਕੇ ਦੀ ਸਰਕਾਰ ਆ, ਇਹ ਤਾਂ ਉਹਨਾਂ ਨੂੰ ਆੜੇ ਹੱਥੇ ਲੈਣੇ ਤਾਂ 2 ਮਿੰਟ ਨਹੀਂ ਸੋਚਦੇ। ਹਰ ਹਫ਼ਤੇ ਉਹਨਾਂ 'ਤੇ ਨੁਕਤਾਚੀਨੀ ਕਰਨੀ, ਉਹਨਾਂ ਨੂੰ ਜਵਾਬਦੇਹ ਬਣਾਉਣਾ। ਜੋ ਕੰਜ਼ਰਵੇਟਿਵ ਪਾਰਟੀ ਜੋ ਇਸ ਵੇਲੇ ਮੌਜੂਦਾ ਜਿਹੜਾ ਹਾਕਮ ਧਿਰ ਆ, ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਵੀ ਸਰਕਾਰ ਨੂੰ ਜਵਾਬਦੇਹ ਬਣਾਉਂਦੇ ਨੇ, ਤਾਂ ਸਾਡਾ ਜਿਹੜਾ ਵਿਰੋਧੀ ਧਿਰ ਦਾ ਫਰਜ਼ ਬਣਦਾ ਆ। ਹੁਣ ਮੈਂ ਸ਼ੈਡੋ ਉੱਥੇ ਟਰਾਂਸਪੋਰਟ ਮੰਤਰੀ ਆ, ਸਾਡਾ ਜਿਹੜਾ ਟਰਾਂਸਪੋਰਟ ਮੰਤਰੀ ਆ ਉਹਨੂੰ ਜਵਾਬਦੇਹ ਬਣਾਉਣਾ ਇਹ ਮੇਰਾ ਫਰਜ਼ ਆ। ਉੱਥੇ ਖੜ੍ਹ ਕੇ ਪਾਰਲੀਮੈਂਟ ਦੇ ਵਿੱਚ ਤੁਸੀਂ ਆਹ ਕਿਉਂ ਨਹੀਂ ਕਰ ਰਹੇ, ਇਹਦਾ ਮਤਲਬ ਇਹ ਨਹੀਂ ਗਾ ਵੀ ਮੈਂ ਐਂਟੀ ਯੂਕੇ ਜਾਂ ਐਂਟੀ ਨੈਸ਼ਨਲ ਜਾਂ ਵੀ ਸਰਕਾਰ ਦੀ ਇੱਕ ਨੀਤੀ ਦੇ ਖਿਲਾਫ ਗੱਲ ਕਰਨਾ ਐਂਟੀ ਨੈਸ਼ਨਲ ਨਹੀਂ ਬਣ ਜਾਂਦਾ ਜੀ। ਫਰੀडम ਆਫ ਸਪੀਚ ਹੈਗੀ ਆ। ਅੱਛਾ, ਇਸ ਮੁੱਦੇ ਤੇ ਵੀ ਮੈਂ ਉਹਨਾਂ ਗੱਲ ਤੇ ਇਹ ਵੀ ਜਾਣਕਾਰੀ ਮਿਲੀ ਕਿ ਤੁਹਾਡੇ ਕੋਲ ਦਸਤਾਵੇਜ਼ ਕੁਝ ਘੱਟ ਸੀਗੇ, ਉਸੇ ਵੀਜ਼ਾ ਹੈ ਨਹੀਂ ਸੀਗਾ, ਕੀ ਇਹ ਗੱਲ ਸੱਚ ਹੈ? ਇਹ ਸਰਾਸਰ ਗਲਤ ਹੈ। ਦੇਖੋ ਇੰਨਾ ਤਾਂ ਕਹਿ ਲਓ ਵੀ ਬੰਦੇ ਦਾ ਬਲ ਬੁੱਧੀ ਜੇ ਸ਼ਾਇਦ ਪਰਮਾਤਮਾ ਨੇ ਜ਼ਿਆਦਾ ਨਾ ਬਖਸ਼ੀ ਹੋਵੇ, ਪਰ ਉਹਦੇ ਬਾਵਜੂਦ ਵੀ ਇੰਨਾ ਤਾਂ ਮੈਨੂੰ ਵੀ ਪਤਾ ਆ। ਅੱਧੀ ਦੁਨੀਆ ਗਾਹ ਮਾਰੀ ਆ, ਤਕਰੀਬਨ ਜਿੰਨੇ ਵੀ ਦੇਸ਼ ਆ। ਮੈਂ ਉਹ ਬੰਦੇ ਨੂੰ ਵੀ ਕਿਹਾ, ਮੈਂ ਕਿਹਾ ਦੇਖੋ ਤੁਸੀਂ, ਮੈਂ ਕਿਹਾ ਸਭ ਕੁਛ ਇੱਥੇ ਹੈਗਾ ਆ। ਉਹ ਪਾਸਪੋਰਟ ਜਦੋਂ ਚੈਕਿੰਗ ਕਰਨ ਲੱਗ ਪਏ, ਮੈਂ ਕਿਹਾ ਦੇਖੋ ਇੱਥੇ ਸਾਰੇ ਅੱਧੀ ਦੁਨੀਆ ਦੇ ਤਾਂ ਇੱਥੇ ਸਟੈਂਪਾਂ ਲੱਗੀਆਂ ਪਈਆਂ ਪਾਸਪੋਰਟ 'ਤੇ, ਤੁਸੀਂ ਮੈਨੂੰ ਦੱਸੋ ਕਿਹੜਾ ਦੇਸ਼ ਜਿੱਥੇ ਮੈਂ ਨਹੀਂ ਗਿਆ ਹੋਇਆ। ਮੈਂ ਇੰਨਾ ਤਾਂ ਮੈਂ ਕਿਹਾ ਮੈਨੂੰ ਪਤਾ ਆ, ਮੈਂ ਉੱਥੋਂ ਚੈਕਿੰਗ ਕਰਕੇ ਆਪਣਾ ਸਾਰਾ ਕੁਛ ਦਸਤਾਵੇਜ਼ ਨਾਲ ਲੈ ਕੇ ਤਾਂ ਆਇਆ ਸੀਗਾ। ਅਤੇ ਜੇ ਮੈਨੂੰ ਪਤਾ ਹੁੰਦਾ ਵੀ ਕੋਈ ਪਰੇਸ਼ਾਨੀ ਆ ਵੀ ਮੈਂ 2-2.5 ਘੰਟੇ ਉੱਥੇ ਏਅਰਪੋਰਟ 'ਤੇ ਖੱਜਲ ਖੁਆਰ ਹੋਣ ਨੂੰ ਤਾਂ ਆਉਣਾ ਨਹੀਂ ਸੀਗਾ। ਜੇ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉੱਥੇ ਬੰਦਾ ਨਹੀਂ ਆਉਂਦਾ। ਇਹ ਤਾਂ ਅਸੀਂ ਤਾਂ ਦੇਖੋ ਅਸੀਂ ਆਉਂਦੇ ਹਾਂ ਇੱਥੇ। ਤਾਂ ਮੈਂ ਪਿਛਲੀ ਵਾਰੀ ਵੀ ਆਇਆ, ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਇੱਥੇ ਪੰਜਾਬ ਦੇ, ਉਹਨਾਂ ਨੂੰ ਜੋ ਵਿਰੋਧੀ ਧਿਰ ਦੇ ਜਿਹੜੇ ਅਲੱਗ-ਅਲੱਗ ਪਾਰਟੀਜ਼, ਮੇਰਾ ਫਰਜ਼ ਬਣਦਾ ਵੀ ਉਹਨਾਂ ਦੇ ਨਾਲ NRI ਦੇ ਮਸਲੇ ਉਠਾਉਣੇ। ਵੀ ਦੇਖੋ ਉੱਥੇ ਜ਼ਮੀਨਾਂ ਦੇ ਝਗੜਿਆਂ ਬਾਰੇ ਬਹੁਤ ਲੋਕੀ ਚਿੰਤਤ ਨੇ, ਕਈਆਂ ਦੇ ਜ਼ਮੀਨਾਂ 'ਤੇ ਕਬਜ਼ੇ ਹੋਈ ਜਾਂਦੇ ਆ। ਇਹਦੇ ਨਾਲ ਜਿਹੜਾ ਇੱਥੇ ਫੋਰਨ ਡਾਇਰੈਕਟ ਇਨਵੈਸਟਮੈਂਟ ਆ, ਸੋ ਜਿਹੜਾ ਪੂੰਜੀ ਨਿਵੇਸ਼ ਇੱਥੇ ਇੰਡੀਆ ਦੇ ਵਿੱਚ, ਉਹ 'ਤੇ ਧੱਕਾ ਲੱਗ ਰਿਹਾ, ਕਿਉਂਕਿ ਲੋਕੀ ਆਪਣਾ ਪੂੰਜੀ ਨਿਵੇਸ਼ ਕੱਢ ਰਹੇ ਨੇ। ਉਹ ਯੂਕੇ ਜਾਂ ਯੂਰਪ ਜਾਂ ਅਮਰੀਕਾ ਜਾਂ ਹੋਰ ਦੇਸ਼ਾਂ 'ਚ ਉਹ ਪੈਸੇ ਪਾ ਰਹੇ ਨੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਜੇ ਸਾਡੀ ਇੱਥੇ ਜੋ ਸੰਪਤੀ ਆ ਜਾਂ ਜਿਹੜੇ ਸਾਡੇ ਜ਼ਮੀਨ ਇੱਥੇ ਨਹੀਂ ਮਹਿਫੂਜ਼, ਤਾਂ ਫਿਰ ਇਹਦਾ ਅਸਰ ਪੈਣਾ ਆ। ਇੱਕ ਤਾਂ ਇਹ 'ਤੇ ਤੁਸੀਂ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਇਹ 'ਤੇ ਇਸ ਗੱਲ 'ਤੇ ਗੌਰ ਫਰਮਾਓ। ਇਸ ਦੇ ਨਾਲ ਨਾਲ ਜੋ ਆਪਣੇ ਸਿੱਧੀਆਂ ਉਡਾਨਾਂ ਆ, ਮੈਨੂੰ ਜੇ 6 ਸਾਲਾਂ ਤੋਂ ਬਾਅਦ ਉੱਥੇ ਬਤੌਰ ਮੈਂਬਰ ਆਫ ਪਾਰਲੀਮੈਂਟ ਵਜੋਂ ਸੇਵਾ ਨਿਭਾਈ ਹੈ, ਉਸ ਤੋਂ ਪਹਿਲਾਂ 10 ਸਾਲ ਮੈਂ ਕਾਉਂਸਲਰ ਵਜੋਂ ਵੀ, ਮੇਅਰ ਵਜੋਂ ਵੀ ਸੇਵਾ ਨਿਭਾਈ ਆ ਉਸ ਸ਼ਹਿਰ ਦੇ ਵਿੱਚ। ਉੱਥੇ ਵੀ ਦੇਖੋ ਜਿਹੜਾ ਇਹ ਸਿੱਧੀਆਂ ਉਡਾਨਾਂ ਆ, ਇਹ ਮੇਰਾ ਅੱਡੀ ਚੋਟੀ ਦਾ ਜ਼ੋਰ ਲੱਗਾ ਪਿਆ ਸੀਗਾ ਪਿਛਲੇ ਕਈ ਸਾਲਾਂ ਤੋਂ ਕਿ ਲੰਡਨ ਤਾਂ ਬਰਮਿੰਘਮ ਤਾਂ ਹੋਰ ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਸ਼ਹਿਰ ਨੇ, ਉਹਨਾਂ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਹੋਣ। ਉਹਦੇ ਨਾਲ ਇੱਥੇ ਸੈਰ ਸਪਾਟਾ, ਇਹਦਾ ਇੰਡੀਆ 'ਤੇ ਇਹਦਾ ਵੀ ਫਾਇਦਾ ਆ। ਨਾਲੇ ਇੱਥੇ ਗੁਰੂ ਕੀ ਨਗਰੀ ਜਿਹੜੀ ਅੰਮ੍ਰਿਤਸਰ ਆ, ਉੱਥੇ ਵੀ ਲੋਕਾਂ ਨੂੰ ਮੱਥਾ ਟੇਕਣ ਦਾ ਮੌਕਾ ਮਿਲਦਾ। ਸਾਡੇ ਵਰਗਿਆਂ ਨੂੰ ਇੱਥੇ ਜਿਹੜੀਆਂ ਦਿੱਕਤਾਂ ਉਹ ਘਟਦੀਆਂ ਨੇ, ਕਿਉਂਕਿ ਕੋਈ ਵੀ ਜਿਹੜੇ ਆਪਣੇ ਮੱਧ ਏਸ਼ੀਆ ਦੇ ਜਿਹੜੇ ਮਿਡਲ ਈਸਟ ਦੇ ਜਿਹੜੇ ਦੇਸ਼ ਨੇ, ਉਹ ਉੱਥੇ ਰੁਕ ਕੇ ਜਾਂ ਉੱਧਰ ਦਿੱਲੀ ਜਾ ਕੇ, ਮੁੰਬਈ ਜਾ ਕੇ ਤਾਂ ਵਾਪਸ ਅੰਮ੍ਰਿਤਸਰ ਨੂੰ ਉਡਾਨ ਫੜਨੀ, ਇਹ ਕਿਸੇ ਦਾ ਸ਼ੌਂਕ ਨਹੀਂ ਹੁੰਦਾ। ਬਿਲਕੁਲ ਠੀਕ ਸੀ ਸਾਹਿਬ, ਇਹ ਤਾਂ ਤੁਸੀਂ ਅਕਸਰ ਹੀ ਮਸਲੇ ਜਿਹੜੇ ਉਠਾਉਂਦੇ ਹੋ। ਲਾਸਟ ਈਅਰ ਵੀ ਤੁਸੀਂ ਆਏ ਤਾਂ ਇਹ ਮਸਲਾ ਚੁੱਕਿਆ, ਪਰ ਤੁਹਾਨੂੰ ਇਸ ਵਾਰੀ ਕਿਉਂ ਲੱਗਦਾ ਕਿ ਫਾਰਮਰ ਪ੍ਰੋਟੈਸਟ ਦੇ ਕਾਰਨ ਤੁਹਾਡੇ ਨਾਲ ਅਜਿਹਾ ਵਤੀਰਾ ਕੀਤਾ ਗਿਆ, ਔਰ ਹੀਟਰਸ ਹੈ ਕੌਣ ਨੇ? ਇਹ ਦੇਖੋ ਮਨਪ੍ਰੀਤ ਸਿੰਘ ਜੀ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਤਾ ਵੀ ਪਿਛਲੇ ਸਾਲ ਵੀ ਜਦੋਂ ਮੈਂ ਆਇਆ ਸੀ ਤਾਂ ਕਈਆਂ ਨੇ ਉਦੋਂ ਵੀ ਇੱਥੇ ਬਿਆਨਬਾਜ਼ੀ ਕੀਤੀ ਸੀਗੀ। ਤੁਸੀਂ ਵੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ। ਸੋਸ਼ਲ ਮੀਡੀਆ 'ਤੇ ਜਿੱਥੇ ਮੇਰੇ ਬਹੁਤ ਸਾਰੇ
ਜਿਹੜੇ ਸਮਰਥਕ ਵੀ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਹੱਲਾਸ਼ੇਰੀ ਦਿੰਦੇ ਰਹਿੰਦੇ ਆ ਆਪਣੇ ਇਸ ਬੱਚੇ ਨੂੰ, ਆਪਣੇ ਇਸ ਵੀਰ ਨੂੰ, ਇਸ ਸ਼ੇਰ ਨੂੰ, ਤਾਂ ਕਿ ਉੱਥੇ ਗਰਜਦਾ ਰਵੇ। ਤਾਂ ਉਹ ਪਰ ਉਸ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਉੱਥੇ ਟ੍ਰੋਲਿੰਗ ਆ, ਫੇਕ ਅਕਾਊਂਟਸ ਇੱਥੇ ਧੜਾ ਧੜ ਜਿਹੜੇ ਬਣਦੇ ਆ ਵੀ ਇੱਥੇ, ਉਹਦੇ ਨਾਲ ਵੀ ਸਾਡੇ ਵਰਗਿਆਂ 'ਤੇ ਜਿੱਦਾਂ ਹੱਲਾ ਬੋਲਦੇ ਨੇ ਵੀ ਇਹ ਚੱਲਦਾ ਰਹਿੰਦਾ ਆ। ਮੈਂ ਤਾਂ ਇਹ ਪਾਰਲੀਮੈਂਟ ਦੇ ਵਿੱਚ ਵੀ ਗੱਲ ਆਖੀ ਸੀ, ਮੈਂ ਕਿਹਾ ਜਿਹੜੇ 2 ਰੁਪਈਆਂ ਦੀ ਜਿਹੜੇ ਟਵਿੱਟਰ ਟ੍ਰੋਲ ਫੈਕਟਰੀ ਹੈ ਨਾ, ਜਿਹੜੇ ਨਕਲੀ ਅਕਾਊਂਟ ਸਾਡੇ 'ਤੇ ਹੱਲਾ ਬੋਲੀ ਜਾਂਦੇ ਆ, ਇਹਦਾ ਮਤਲਬ ਇਹ ਨਹੀਂ ਗਾ ਵੀ ਸਾਡੇ ਵਰਗਿਆਂ ਨੇ ਸੱਚ ਹੱਕ ਦੀ ਆਵਾਜ਼ ਬੋਲਣੋਂ ਹਟ ਜਾਣਾ ਆ। ਜੇ ਕਿਸਾਨਾਂ ਦੀ ਖਬਰਸਾਰ ਲੈਣ ਲਈ ਉਹ ਮੇਰਾ ਫਰਜ਼ ਬਣਦਾ ਤਾਂ ਮੈਂ ਕੁਝ ਗਲਤ ਗੱਲ ਨਹੀਂ ਬੋਲ ਰਿਹਾ, ਮੈਂ ਸਿਰਫ ਸੱਚ ਦੀ ਆਵਾਜ਼ ਬੋਲੂੰਗਾ। ਅਤੇ ਬੜੀ ਨਿਮਰਤਾ ਸਹਿਤ ਬੇਨਤੀ ਆ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ, ਕਿਸਾਨਾਂ ਦੀ ਜਾਂ ਕਿਸੇ ਹੋਰ ਦੀ ਵੀ। ਸੋ ਇਹ ਜੋ ਸਮੇਂ-ਸਮੇਂ 'ਤੇ ਜਿਹੜਾ ਮੇਰਾ ਫਰਜ਼ ਆ ਉਹ ਮੈਂ ਨਿਭਾਉਂਦਾ ਰਹਿੰਦਾ ਹਾਂ। ਪਰ ਕੁਛ ਵਿਅਕਤੀਆਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਉਹ ਕੁਛ ਲੋਕ ਹੁੰਦੇ ਜਿਹੜੇ ਨਫ਼ਰਤ ਦੇ ਵਪਾਰੀ ਹੁੰਦੇ ਨੇ, ਉਹਨਾਂ ਨੂੰ ਹੁੰਦਾ ਆ ਵੀ ਪਾੜੋ ਲੋਕਾਂ ਨੂੰ, ਵੀ ਚਾਹੇ ਆਪਾਂ ਮਜ਼ਹਬ ਦੇ ਨਾਂ 'ਤੇ, ਚਾਹੇ ਜਾਤ ਪਾਤ ਦੇ ਨਾਂ 'ਤੇ, ਚਾਹੇ ਆਪਾਂ ਦੇਸ਼ਾਂ ਦੇ ਨਾਂ 'ਤੇ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ 'ਚ ਪਾੜਾ ਪਿਆ ਰਵੇ। ਸਾਡੇ ਵਰਗਿਆਂ ਦਾ ਇਹ ਕੋਸ਼ਿਸ਼, ਪੁਰਜ਼ੋਰ ਕੋਸ਼ਿਸ਼ ਹੁੰਦੀ ਆ ਕਿ ਆਪਾਂ ਕਿੱਦਾਂ ਸਾਰਿਆਂ ਨੂੰ ਰਲ ਮਿਲ ਕੇ ਪਿਆਰ ਦੇ ਨਾਲ, ਇੱਕ ਫੁੱਲਾਂ ਦੇ ਗੁਲਦਸਤੇ ਵਾਂਗ ਆਪਾਂ ਕੋਸ਼ਿਸ਼ ਕਰੀਏ ਵੀ ਵਧੀਆ ਤਰੀਕੇ ਨਾਲ ਆਪਾਂ ਜ਼ਿੰਦਗੀ ਦੇ ਵਿੱਚ ਵਿਚਰੀਏ। ਢੀਂਡਸਾ ਸਾਹਿਬ, ਕੱਲ੍ਹ ਜਦੋਂ ਤੁਹਾਨੂੰ 2 ਘੰਟੇ ਏਅਰਪੋਰਟ ਤੇ ਰੋਕਿਆ ਗਿਆ, ਜਦੋਂ ਇਹ ਖਬਰ ਬਾਹਰ ਨਿਕਲੀ ਤਾਂ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਬੜੀ ਤੇਜ਼ੀ ਨਾਲ ਫੈਲੀ। ਬੜੇ ਸਾਰੇ ਸਿਆਸਤਦਾਨਾਂ ਨੇ ਟਵੀਟ ਵੀ ਕੀਤੇ। ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਇਹ ਜਾਣਬੁੱਝ ਕੇ ਕਹਿੰਦੇ ਮੁੱਦਾ ਬਣਾਇਆ ਜਾ ਰਿਹਾ। ਕਹਿੰਦੇ USA ਦੇ ਵਿੱਚ ਜਦੋਂ ਜਾਂਦੇ ਆ ਤਾਂ ਕਹਿੰਦੇ 3-3 ਘੰਟੇ ਤੱਕ ਕਹਿੰਦੇ ਚੈਕਿੰਗ ਹੁੰਦੀ ਹੈ, ਪਰ ਕਹਿੰਦੇ ਇਹਦਾ ਮਤਲਬ ਇਹ ਨਹੀਂ ਕਿ ਪਰੇਸ਼ਾਨ ਕੀਤਾ ਜਾ ਰਿਹਾ। ਜੀ ਦੇਖੋ, ਮੇਰੀ ਸਿਰਸਾ ਸਾਹਿਬ ਨਾਲ ਵੀ ਗੱਲ ਹੋਈ ਸੀ ਜਦੋਂ ਮੈਂ ਏਅਰਪੋਰਟ 'ਚੋਂ ਬਾਹਰ ਆਇਆ। ਉਹ ਕਹਿੰਦੇ ਜਦੋਂ ਮੈਨੂੰ ਵੀ ਪਤਾ ਲੱਗਾ ਸੀਗਾ ਤਾਂ ਉਹਨਾਂ ਨੇ ਵੀ ਉੱਥੇ ਦਿੱਲੀ ਇਹ ਗੱਲ ਆਖੀ ਸੀਗੀ। ਸੋ ਜਿੱਥੇ ਮੈਂ ਉਹਨਾਂ ਦਾ ਵੀ, ਹੋਰ ਜਿਹੜੀਆਂ ਸ਼ਖਸੀਅਤਾਂ ਨੇ, ਮਾਣਯੋਗ ਸ਼ਖਸੀਅਤਾਂ ਨੇ ਇੱਥੇ ਇੰਡੀਆ ਦੀਆਂ, ਪੰਜਾਬ ਦੀਆਂ, ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਰਕਾਰ 'ਤੇ ਜ਼ੋਰ ਪਾਇਆ ਵੀ ਇਹ ਵਿਅਕਤੀ ਇੱਕ ਜ਼ਿੰਮੇਵਾਰ ਵਿਅਕਤੀ ਆ, ਬਤੌਰ ਮੈਂਬਰ ਆਫ ਪਾਰਲੀਮੈਂਟ ਆ, ਸ਼ੈਡੋ ਮੰਤਰੀ ਆ, ਪਿਛਲੇ 6 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ। ਇੱਥੇ ਆ ਕੇ ਵੀ ਪੰਜਾਬੀਆਂ ਦੇ, ਇੰਡੀਆ ਦੇ ਹਿੱਤ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਸੋ ਉਹ ਸਾਰਿਆਂ ਨੇ ਜ਼ੋਰ ਪਾਇਆ ਤਾਂ ਇਹ ਮਸਲਾ ਤਦੀ 2.5 ਘੰਟੇ ਦੇ ਵਿੱਚ ਇਹ ਮਸਲਾ ਹੱਲ ਹੋਇਆ। ਪਰ ਇਹ ਦੇਖੋ, ਚੈਕਿੰਗ ਹੋਣੀ ਜੇ ਏਅਰਪੋਰਟ 'ਤੇ, ਚਾਹੇ ਉਹ ਲੰਡਨ ਹੀਥਰੋ 'ਤੇ 2-3 ਘੰਟੇ, ਜੇ ਕੋਈ ਕਈ ਵਾਰੀ ਉੱਥੇ ਜ਼ਿਆਦਾ ਭੀੜ ਹੋਵੇ ਉਹ ਗੱਲ ਅਲੱਗ ਹੁੰਦੀ ਆ। ਜੇ ਕੋਈ ਹੋਰ, ਜਦੋਂ ਆਪਾਂ ਬਾਹਰ ਜਾਂਦੇ ਹਾਂ ਭੀੜ ਅਲੱਗ ਗੱਲ ਹੁੰਦੀ ਆ। ਪਰ ਉੱਥੇ 2 ਉਡਾਨਾਂ ਸੀਗੀਆਂ, ਪਹਿਲਾਂ ਲੰਡਨ ਤੋਂ ਲੱਗੀ, ਫਿਰ ਬਰਮਿੰਘਮ ਤੋਂ ਲੱਗੀ। ਸਾਰੇ ਮੁਸਾਫਿਰ ਆਪਣੀ ਚੈਕਿੰਗ ਕਰਾ ਕੇ ਸਭ ਚਲੇ ਗਏ ਸੀ। ਇੱਕ ਇਹੀ ਨਾ ਚੀਜ਼ ਸੀਗਾ ਜਿਹੜਾ ਉੱਥੇ ਬਤੌਰ ਬੈਠਾ ਰਿਹਾ। ਸੋ ਇਹ 2.5 ਘੰਟੇ ਬਿਠਾਉਣਾ, ਇਹ ਆਮ ਚੈਕਿੰਗ ਦੀ ਗੱਲ ਨਹੀਂ ਹੁੰਦੀ। ਇਹ ਤਦੀ ਜਿਹੜੇ ਲਫ਼ਜ਼, ਜਿਹੜੇ ਖੱਜਲ ਖੁਆਰੀ ਜਾਂ ਹੋਰ ਇਹੋ ਜਿਹੇ ਲਫ਼ਜ਼ ਤਾਂ ਵਰਤੇ ਜਾਂਦੇ ਨੇ ਕਿ ਜਦੋਂ ਬਿਨਾਂ ਕਿਸੇ ਵਜ੍ਹਾ ਤੋਂ ਕਿਸੇ ਤੁਸੀਂ ਵਿਅਕਤੀ ਨੂੰ ਬਿਠਾ ਦਿੰਦੇ ਆ। ਇਹ ਜਿਹੜੇ ਇੱਥੇ ਲੋਕ ਸ਼ਿਕਾਇਤਾਂ ਕਰਦੇ ਆ, ਮੇਰੀ ਇਹ ਪੁਰਜ਼ੋਰ ਅਪੀਲ ਆ ਪ੍ਰਸ਼ਾਸਨ ਨੂੰ ਕਿ ਤੁਸੀਂ ਇਸ ਗੱਲ 'ਤੇ ਜ਼ਰੂਰ ਗੌਰ ਤਲਬ ਫਰਮਾਓ ਕਿ ਉਸ ਵਿਅਕਤੀ ਦਾ ਰਿਕਾਰਡ ਕੀ ਆ, ਜਿਹੜੇ ਇੱਥੇ ਵੀ ਆ ਕੋਈ ਅਮਨ ਸ਼ਾਂਤੀ ਨਾਲ ਰਹਿੰਦਾ ਆ, ਜਾਂ ਉਹ ਅਮਨ ਸ਼ਾਂਤੀ ਨਾਲ ਆਪਣੀ ਗੱਲ ਕਰ ਰਹੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਨੇ, ਜਾਂ ਇੱਥੇ ਆ ਕੇ ਆਪਣੇ ਪਰਿਵਾਰਾਂ ਨਾਲ ਮਿਲਣਾ ਚਾਹੁੰਦੇ ਨੇ। ਉਹਨਾਂ ਵਿਅਕਤੀਆਂ ਨੂੰ ਖੱਜਲ ਖੁਆਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਧੱਕਾ ਲੱਗਦਾ ਅਕਸ ਨੂੰ, ਨਾ ਸਿਰਫ ਸਾਡੇ ਨੂੰ, ਪਰ ਮੈਂ ਸਮਝਦਾ ਵੀ ਇੱਥੇ ਵੀ ਉਹ ਧੱਕਾ ਲੱਗਦਾ ਕਿ ਬਾਹਰਲੇ ਜਿਹੜੇ ਵਿਅਕਤੀ ਨੇ ਉਹ ਸੋਚਦੇ ਹੋਊਗੇ ਵੀ ਜੇ ਇੱਥੇ ਮੈਂਬਰ ਆਫ ਪਾਰਲੀਮੈਂਟ ਦੇ ਨਾਲ ਇੱਦਾਂ ਹੋ ਸਕਦਾ ਆ ਤਾਂ ਅਸੀਂ ਕਿਹੜੇ ਬਾਗ ਦੀ ਮੂਲੀ ਆ। ਬਿਲਕੁਲ, ਤੁਸੀਂ ਨੁਮਾਇੰਦੇ ਹੈਗੇ ਹੋ, ਇਸ ਸੰਬੰਧੀ ਤੁਸੀਂ ਇੰਡੀਅਨ ਅਫੀਸ਼ੀਅਲਸ ਨੂੰ ਕੋਈ ਸ਼ਿਕਾਇਤ ਭੇਜੀ, ਜਾਂ ਕੀ ਇਹ ਮਸਲਾ ਤੁਸੀਂ ਫਿਰ ਕੈਨੇਡਾ ਦੇ ਵਿੱਚ ਜਾ ਕੇ ਪਾਰਲੀਮੈਂਟ ਦੇ ਵਿੱਚ ਚੁੱਕੋਗੇ? ਜੀ ਦੇਖੋ, ਇਹ ਮਸਲਾ ਜਿਹੜਾ ਹੈਗਾ, ਮੈਨੂੰ 2-4 ਜਣਿਆਂ ਦੇ ਫੋਨ ਆ ਗਏ ਸੀਗੇ। ਮਾਣਯੋਗ ਸਰਦਾਰ ਤਰਲੋਚਨ ਸਿੰਘ ਜੀ, ਉਹਨਾਂ ਦਾ ਵੀ ਫੋਨ ਆਇਆ ਸੀਗਾ, ਜੋ ਬਤੌਰ ਰਾਜ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ। ਉਹਨਾਂ ਨੇ ਵੀ ਗੱਲ ਆਖੀ ਵੀ ਮੈਨੂੰ ਲੱਗਦਾ ਕੁਛ ਨਾ ਕੁਛ ਸ਼ਰਾਰਤੀ ਅਨਸਰਾਂ ਨੇ ਕੁਛ ਨਾ ਕੁਛ ਸ਼ਿਕਾਇਤਾਂ ਕੀਤੀਆਂ, ਪਰ ਇਹ ਮਸਲਾ ਨਿਜਟ ਹੋ ਗਿਆ ਸੀਗਾ। ਸੋ ਇਹ ਮੇਰੇ ਲਈ ਤਾਂ ਚਲੋ ਮਸਲਾ ਉੱਥੇ ਖਤਮ ਹੋ ਗਿਆ ਵੀ ਚਲੋ ਅਸੀਂ ਬਾਹਰ ਆ ਗਏ, ਠੀਕ ਆ। ਮੈਨੂੰ ਪਤਾ ਵੀ ਕਈ ਜਿਹੜੇ ਸ਼ਖਸੀਅਤਾਂ ਜਿਹੜੀਆਂ ਇੱਥੇ ਮਾਣਯੋਗ ਹਸਤੀਆਂ ਨੇ, ਅਲੱਗ-ਅਲੱਗ ਪਾਰਟੀਜ਼ ਦੇ ਵਿੱਚ MLA ਜਾਂ ਮੈਂਬਰ ਆਫ ਪਾਰਲੀਮੈਂਟ ਜਾਂ ਕੁਛ ਪਾਰਟੀਆਂ ਦੇ ਜਿਹੜੇ ਲੀਡਰ ਵੀ ਨੇ, ਉਹਨਾਂ ਨੇ ਵੀ ਬਿਆਨ ਦਿੱਤੇ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ, ਤੁਹਾਡੇ ਜਿਹੜੇ ਭਾਵਨਾਵਾਂ ਨੂੰ ਅਤੇ ਤੁਹਾਡੇ ਉਸ ਬੁਲੰਦ ਸਟੈਂਡ 'ਤੇ ਜੋ ਤੁਸੀਂ ਇਹ ਗੱਲਾਂ ਆਖੀਆਂ ਨੇ, ਇਹ ਤੁਹਾਡਾ ਮੈਂ ਧੰਨਵਾਦੀ ਹਾਂ, ਰਿਣੀ ਹਾਂ। ਅਤੇ ਦੇਖੋ, ਇਹ ਜਿਹੜੀਆਂ ਜੇ ਅੱਗੇ ਗਲਤੀਆਂ ਜੇ ਆਪਾਂ ਘਟਾਉਂਦੇ ਹਾਂ, ਉਹਦੇ ਨਾਲ ਫਾਇਦਾ ਹੀ ਹੁੰਦਾ ਆ ਪੰਜਾਬ ਦਾ ਵੀ, ਅੰਮ੍ਰਿਤਸਰ ਏਅਰਪੋਰਟ ਦਾ ਵੀ, ਪਰ ਤਮਾਮ ਇੰਡੀਆ ਦਾ ਵੀ, ਕਿਉਂਕਿ ਇਹੋ ਜਿਹੀਆਂ ਕਾਰਵਾਈਆਂ ਦੇ ਨਾਲ ਉਹ ਉੱਥੇ ਗਲਤ ਖਬਰਾਂ ਪਹੁੰਚਦੀਆਂ। ਮੇਰੇ ਤਾਂ ਜੇ ਮੈਂ 2.5 ਘੰਟੇ ਚਲੋ ਏਅਰਪੋਰਟ ਤੋਂ ਬਾਹਰ ਨਿਕਲਣਾ ਸੀ, ਉਹ ਲੋਕਾਂ 'ਚ ਤਾਂ ਪਹਿਲਾਂ ਹੀ ਖਬਰਾਂ ਪਹੁੰਚ ਗਈਆਂ ਸੀ।
ਜਿਹੜੇ ਲੋਕੀ ਜਿਹੜੇ ਮੁਸਾਫਿਰ ਹੋਰ ਸੀਗੇ, ਕਿਉਂਕਿ ਹੁਣ ਜਦੋਂ ਤੁਸੀਂ ਅੰਮ੍ਰਿਤਸਰ ਦੀਆਂ ਉਡਾਨਾਂ ਜਿਹੜੇ ਬੰਦੇ ਨੇ ਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੁੰਦਾ ਅੰਮ੍ਰਿਤਸਰ ਉਡਾਨਾਂ ਸ਼ੁਰੂ ਕਰਨ ਲਈ ਵੀ ਕਰਨੀਆਂ ਬਾਕੀ ਇਹਨਾਂ ਦੇ ਨਾਲ ਮੀਟਿੰਗਾਂ ਕਰਕੇ ਉਹਨਾਂ ਦੇ ਨੱਕ 'ਚ ਦਮ ਕੀਤਾ ਪਿਆ ਸੀਗਾ ਵੀ ਇੱਥੇ ਪੰਜਾਬੀਆਂ ਨੂੰ ਇਹ ਸਹੂਲਤ ਚਾਹੀਦੀ ਹੈ, ਅਸੀਂ ਸਿੱਧੀਆਂ ਉਡਾਨਾਂ ਚਾਹੁੰਦੇ ਹਾਂ, ਤਾਂ ਅਸੀਂ ਰੋਜ਼ਾਨਾ ਉਡਾਨ ਚਾਹੁੰਦੇ ਹਾਂ, ਤਾਂ ਅਸੀਂ ਚਾਹੁੰਦੇ ਹਾਂ ਵੀ ਇੱਥੇ ਇੰਪੋਰਟ ਐਕਸਪੋਰਟ ਵਧੇ, ਕਾਰਗੋ ਵਧੇ, ਇੱਥੋਂ ਪੰਜਾਬ ਤੋਂ ਵੀ ਸਿੱਧਾ ਜਾਵੇ ਹੋਰ ਬਾਹਰਲੇ ਦੇਸ਼ਾਂ ਨੂੰ, ਉੱਥੋਂ ਵੀ ਆਵੇ ਉੱਥੋਂ। ਇਹਦੇ ਨਾਲ ਅਸੀਂ ਚਾਹੁੰਦੇ ਹਾਂ ਵੀ ਇੰਡੀਆ UK ਜਿਹੜਾ ਵਪਾਰ ਉਹ ਵੀ ਵਧੇ। ਤਾਂ ਉਹ ਤੁਸੀਂ ਇਸ ਗੱਲ ਦਾ ਮੈਨੂੰ ਤੁਹਾਨੂੰ ਵੀ ਅਹਿਸਾਸ ਹੋਊਗਾ ਵੀ ਉੱਥੇ ਅੱਧੇ ਤੋਂ ਜ਼ਿਆਦਾ ਜਹਾਜ਼ ਤਾਂ ਜਾਣਦੇ ਸੀ ਵੀ ਇਹ ਬੰਦਾ ਸਾਡਾ ਆਪਣਾ ਬੰਦਾ ਆ। ਉਹ ਵੀ ਜਦੋਂ ਉਹ ਦੇਖਦੇ ਸੀਗੇ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਕਈਆਂ ਨੂੰ ਪਰੇਸ਼ਾਨੀ ਸੀ, ਉਹ ਆਪ ਪੁੱਛ ਰਹੇ ਸੀ ਵੀ ਤੁਸੀਂ ਠੀਕ ਆ ਵੀ ਕੀ ਮਸਲਾ। ਮੈਂ ਕਹਿੰਦਾ ਨਹੀਂ ਕੋਈ ਗੱਲ ਨਹੀਂ, ਉਹ ਨਜਿੱਠ ਰਹੇ ਆ, ਕੁਛ ਨਾ ਕੁਛ ਚਲੋ ਕੁਛ ਨਾ ਕੁਛ ਹੋ ਗਿਆ ਹੋਣਾ ਆ, ਕੁਛ ਸ਼ਿਕਾਇਤਾਂ ਕੀਤੀਆਂ ਹੋਣੀਆਂ ਕਿਸੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ, ਲੋਕੀ ਤਾਂ ਉਦਾਂ ਹੀ ਫੋਨ 'ਤੇ ਫੋਟੋਆਂ ਖਿੱਚ ਖੁੱਚ ਕੇ ਚਲੋ ਜੀ ਉੱਥੇ ਪਾ ਦੇਣਾ, ਇਹ ਇੱਦਾਂ ਹੋਇਆ ਉਹ ਹੋਇਆ, ਉਹ ਇੱਕ ਖਬਰਾਂ ਤਾਂ ਅੱਗ ਵਾਂਗ ਫੈਲਦੀਆਂ ਆ। ਤਾਂ ਉਹਦੇ ਨਾਲ ਪਰ ਮੈਂ ਸਮਝਦਾ ਕਿ ਮਾੜਾ ਪ੍ਰਭਾਵ ਪੈਂਦਾ ਆ। ਉੱਥੇ ਬਾਹਰ ਜਿਹੜੇ ਹੁਣ ਸਾਡੇ ਉੱਥੇ ਜਿਹੜੇ ਨੌਜਵਾਨ ਪੀੜ੍ਹੀ ਆ, ਜਿਹੜੇ ਉੱਥੇ ਬਜ਼ੁਰਗ ਵੀ ਜਿਹੜੇ ਇੱਥੇ ਨੂੰ ਆਉਣਾ ਵੀ ਚਾਹੂਗੇ, ਉਹ ਜਦੋਂ ਮੈਂ ਆਖਿਆ ਵੀ ਜੇ ਉਹ ਸੋਚ ਸਕਦੇ ਵੀ ਇਹ ਜਿਹੜਾ ਇੱਕ ਜ਼ਿੰਮੇਵਾਰ ਵਿਅਕਤੀ ਦੇ ਨਾਲ, ਇੱਕ ਮੈਂਬਰ ਆਫ ਪਾਰਲੀਮੈਂਟ ਦੇ ਨਾਲ ਇੱਦਾਂ ਹੋ ਸਕਦਾ ਆ, ਅਤੇ ਇਹ ਕਿਸੇ ਨਾਲ ਵੀ ਹੋ ਸਕਦਾ ਆ। ਸੋ ਇਹ ਤਦੀ ਆ ਮੇਰੀ ਇਹ ਬੇਨਤੀ ਆ ਇੱਥੇ ਸਾਰਿਆਂ ਨੂੰ ਕਿ ਇਹ ਗੱਲਾਂ ਇੱਦਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਉੱਥੇ ਵੀ ਕਿਸੇ ਨੂੰ ਖੱਜਲ ਖੁਆਰ ਨਹੀਂ ਕੀਤਾ ਜਾਂਦਾ ਏਅਰਪੋਰਟ 'ਤੇ। ਇਹ ਜੇ ਆਪਾਂ ਕਹਿ ਲਈਏ ਵੀ ਇੱਥੇ ਦੇ ਕੋਈ ਮੈਂਬਰ ਆਫ ਪਾਰਲੀਮੈਂਟ ਹੋਣ ਜਾਂ ਦੇਖੋ ਜੇ ਕਿਸੇ 'ਤੇ ਕੋਈ ਬੈਨ ਲੱਗਾ ਹੋਵੇ, ਜੇ ਕੁਛ ਗਲਤ ਕੰਮ ਕੀਤਾ ਹੋਵੇ ਜਾਂ ਕਿਸੇ ਦੇ ਸੈਂਕਸ਼ਨਸ ਆ, ਉਹ ਗੱਲ ਅਲੱਗ ਹੁੰਦੀ ਆ, ਪਰ ਕਿਸੇ ਜ਼ਿੰਮੇਵਾਰ ਵਿਅਕਤੀ 'ਤੇ ਨਹੀਂ ਗੱਲ ਕਲੀਅਰ ਕਰਿਓ। ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਜਦੋਂ ਕਾਰਡ ਤੁਹਾਡਾ ਚੈੱਕ ਕੀਤਾ OCI ਕਿ ਕਹਿੰਦੇ ਨੇ ਕਿ ਸ਼ਾਇਦ ਸਾਨੂੰ ਇਹ ਸਸਪੈਂਡ ਲੱਗਦਾ ਹੈ, ਵਾਕਈ ਸੀਗਾ ਕੁਛ ਕਿ ਜਾਂ ਸਿਰਫ ਇੱਕ ਬਹਾਨਾ ਸੀਗਾ? ਇਹ ਤਾਂ ਦੇਖੋ ਰੱਬ ਹੀ ਜਾਣਦਾ। ਇਹ ਤਾਂ ਜੋ ਉਹ ਬਾਕੀ ਕੁਛ ਨਾ ਕੁਛ ਹੋਣਾ ਆ। ਮੈਂ ਸਮਝਦਾ ਵੀ ਜਿਹੜੇ ਕਰਮਚਾਰੀ ਆ ਉੱਥੇ, ਉਹ ਤਾਂ ਵਿਚਾਰੇ ਆਪਣਾ ਚਲੋ ਕੰਮ ਕਾਰ ਕਰਦੇ ਹੋਣੇ ਆ, ਉਹ ਕੁਛ ਨਾ ਕੁਛ ਉਹਨਾਂ ਨੇ ਕੰਪਿਊਟਰ 'ਚ ਦੇਖਿਆ ਹੋਣਾ, ਤਦੀ ਉਹਨਾਂ ਨੇ ਗੱਲ ਆਖੀ ਹੋਣੀ ਆ। ਪਰ ਉਹ ਤਦੀ ਫਿਰ ਉਹ ਕਹਿੰਦੇ ਵੀ ਅਸੀਂ ਦਿੱਲੀ ਤੱਕ ਕਲੀਅਰੈਂਸ ਆ ਉੱਥੋਂ ਮੰਗੀ, ਤਾਂ ਤਦੀ ਮੈਂ ਜਿੱਦਾਂ ਗੱਲ ਆਖੀ ਕਿ ਕੁਛ ਜਿਹੜੇ ਉੱਥੋਂ ਵੀ ਜਿਹੜੀਆਂ ਮਾਣਯੋਗ ਹਸਤੀਆਂ ਸੀ ਦਿੱਲੀ ਤੋਂ, ਉਹਨਾਂ ਦੇ ਜਦੋਂ ਬਾਅਦ 'ਚੋਂ ਮੈਨੂੰ ਫੋਨ ਵੀ ਆਏ, ਕਿਉਂਕਿ ਦੇਖੋ ਉਹ ਅਲੱਗ-ਅਲੱਗ ਵਿਅਕਤੀਆਂ ਦੇ ਨਾਲ ਮੇਰਾ ਕਈ ਸਾਲਾਂ ਤੋਂ ਜੋ ਵਾਰਤਾਲਾਪ ਹੁੰਦਾ ਰਹਿੰਦਾ ਹੈ। ਜਦੋਂ ਉਹ ਵੀ UK ਆਉਂਦੇ ਨੇ, ਇੱਥੇ ਦੇ MLAs, ਇੱਥੇ ਦੇ MP ਸਾਨੂੰ ਉੱਥੇ ਮਿਲਦੇ ਨੇ, ਸਾਡੇ ਨਾਲ ਉੱਥੇ ਗੱਲਾਂ ਬਾਤਾਂ ਕਰਦੇ ਨੇ ਵੀ ਆਹ ਸੰਬੰਧ ਆਪਾਂ ਇੱਦਾਂ ਕਰੀਏ, ਆਹ ਸਾਨੂੰ ਚੰਗਾ ਲੱਗ ਰਿਹਾ ਆ, ਆਹ ਅਸੀਂ ਤੁਹਾਡੇ ਤੋਂ ਸਿੱਖਣਾ ਆ, ਆਹ ਤੁਸੀਂ ਸਾਡੇ ਤੋਂ ਸਿੱਖੋ। ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਚੰਗੀ ਗੱਲ ਹੈ, ਹੈਲਦੀ ਪੋਲਿਟਿਕਸ ਬਿਲਕੁਲ ਹੋਣੀ ਚਾਹੀਦੀ ਆ। ਪਰ ਦੇਖੋ ਇਹ ਤੁਸੀਂ ਵੀ ਇਸ ਗੱਲ ਤੋਂ ਮੈਨੂੰ ਲੱਗਦਾ ਜਗਬਾਣੀ TV ਦੇ ਵੀ ਵਿਅਕਤੀ ਜਾਣਦੇ ਨੇ ਕਿ ਮੈਂ ਇੱਥੇ ਦੀ ਜਿਹੜੀਆਂ ਅਲੱਗ-ਅਲੱਗ ਪਾਰਟੀਆਂ ਦੇ ਜਾਂ ਉਹਨਾਂ ਦੇ ਹੱਕ ਜਾਂ ਖਿਲਾਫ 'ਚ ਕੋਈ ਇੱਥੇ ਗੱਲ ਨਹੀਂ ਕਰਦਾ। ਨਾ ਮੈਂ ਇਹੋ ਜਿਹੀ ਕੋਈ ਗੱਲ ਹੁੰਦੀ ਆ ਵੀ ਅਸੀਂ ਕਿ ਕੋਈ ਇੰਡੀਆ ਦੇ ਜਾਂ ਪਾਕਿਸਤਾਨ ਦੇ ਖਿਲਾਫ ਜਾਂ ਸ੍ਰੀਲੰਕਾ ਦੇ ਖਿਲਾਫ ਜਾਂ ਉਹਦੇ ਖਿਲਾਫ। ਪਰ ਦੇਖੋ ਜਦੋਂ ਮੈਂ ਗੱਲ ਕੋਈ ਆਖਦਾ, ਉੱਥੇ ਹੁਣ ਤੁਹਾਡੇ ਗੁਆਂਢੀ ਮੁਲਕ ਆ, ਪਾਕਿਸਤਾਨ ਆ, ਉੱਥੇ ਜਦੋਂ ਉੱਥੇ ਧੱਕਾ ਹੁੰਦਾ ਆ, ਚਾਹੇ ਉੱਥੇ ਹਿੰਦੂ ਭਾਈਚਾਰੇ ਦੇ ਨਾਲ, ਚਾਹੇ ਸਿੱਖ ਭਾਈਚਾਰੇ ਦੇ ਨਾਲ, ਈਸਾਈ ਭਾਈਚਾਰੇ ਦੇ ਨਾਲ, ਅਹਿਮਦੀਆ ਮੁਸਲਿਮ ਭਾਈਚਾਰੇ ਦੇ ਨਾਲ, ਤਾਂ ਇਹ ਬੰਦਾ ਜਿਹੜਾ ਉੱਥੇ ਡਟ ਕੇ ਉੱਥੇ ਇਹ ਆਵਾਜ਼ ਬੁਲੰਦ ਕਰਦਾ ਆ, ਸੋਸ਼ਲ ਮੀਡੀਆ 'ਤੇ ਵੀ ਕਰਦਾ ਵੀ ਦੇਖੋ ਇਹ ਨਹੀਂ ਹੋਣਾ ਚਾਹੀਦਾ। ਉੱਥੇ ਵੀ ਜੋ ਪਾਕਿਸਤਾਨ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਆਹ ਦੇਖੋ ਤੁਸੀਂ ਖਬਰਸਾਰ ਲਓ, ਉੱਥੇ ਘੱਟ ਗਿਣਤੀ ਵੀ ਆਹ ਵਧੀਕੀ ਨਹੀਂ ਹੋਣੀ ਚਾਹੀਦੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਕੁਛ ਵਿਅਕਤੀ ਇਹ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਕੁਛ ਵਿਅਕਤੀ ਉਹ ਇਹ ਬੰਦੇ ਨੂੰ ਲੇਬਲ ਕਰਦੇ ਵੀ ਇਹ ਐਂਟੀ ਪਾਕਿਸਤਾਨੀ ਆ, ਇਹ ਪਾਕਿਸਤਾਨ ਸਰਕਾਰ ਦੇ ਖਿਲਾਫ ਇਹਨੇ ਕੁਛ ਕਿਹਾ ਹੋਊਗਾ, ਇਹਨੇ ਇੱਦਾਂ ਇਹ ਨੁਕਤਾਚੀਨੀ ਕਰ ਰਿਹਾ ਆ, ਇਹ ਸਾਡੇ ਦੇਸ਼ ਦੇ ਖਿਲਾਫ ਆ। ਜਦੋਂ ਮੈਂ ਤੁਹਾਡੇ ਗੁਆਂਢੀ ਮੁਲਕ ਸ਼੍ਰੀਲੰਕਾ ਦੇ ਬਾਰੇ, ਉੱਥੇ ਹੁਣ ਸਮੇਂ-ਸਮੇਂ 'ਤੇ ਜਦੋਂ ਹਿੰਦੂ ਤਾਮਲਾਂ ਦੇ ਨਾਲ, ਜੋ ਹਿੰਦੂਆਂ ਦੇ ਨਾਲ ਵਧੀਕੀਆਂ ਹੋਈਆਂ, ਜਾਂ ਉੱਥੇ ਈਸਾਈਆਂ ਦੇ ਨਾਲ ਜਾਂ ਮੁਸਲਿਮ ਭਾਈਚਾਰੇ ਦੇ ਨਾਲ, ਤਾਂ ਇਹ ਬੰਦੇ ਨੇ ਉੱਥੇ ਆਵਾਜ਼ ਬੁਲੰਦ ਕੀਤੀ ਸੀ ਪਾਰਲੀਮੈਂਟ ਦੇ ਵਿੱਚ ਖੜ੍ਹਾ ਹੋ ਕੇ। ਇਹ ਕੁਛ ਵਿਅਕਤੀ ਜਿਹੜੇ ਉੱਥੇ ਸ਼੍ਰੀਲੰਕਾ ਦੇ ਵਿੱਚ ਸੀ, ਉਹ ਮੌਜੂਦਾ ਸਰਕਾਰ ਦੇ ਨਾਲ ਉਹ ਹਾਮੀ ਭਰਦੇ ਸੀ। ਉਹ ਕਹਿੰਦੇ ਵੀ ਲੈ ਲਓ ਜੀ ਇਹ ਐਂਟੀ ਸ਼੍ਰੀਲੰਕਾ ਆ, ਇਹ ਬੰਦਾ ਇਹ ਐਂਟੀ ਨੈਸ਼ਨਲ ਆ। ਹੁਣ ਤੁਹਾਡੇ ਇੱਥੇ ਹੋਰ ਗੁਆਂਢੀ ਮੁਲਕ ਹੈ, ਉੱਧਰ ਮਿਆਂਮਾਰ ਆ, ਉੱਥੇ ਰੋਹਿੰਗਿਆ ਦੇ ਨਾਲ ਜਿਹੜੇ ਉੱਥੇ ਉਹਨਾਂ ਦੇ ਨਾਲ ਬੜੀ ਬਦਸਲੂਕੀ ਹੋਈ, ਲੱਖਾਂ ਦੇ ਤਾਦਾਦ ਦੇ ਨਾਲ ਉਹਨਾਂ ਨੂੰ ਦੇਸ਼ 'ਚੋਂ ਕੱਢਿਆ ਗਿਆ। ਉਹਨਾਂ ਦੇ ਲਈ ਵੀ ਮਨੁੱਖੀ ਅਧਿਕਾਰਾਂ ਦੇ ਲਈ ਮੈਂ ਖੜ੍ਹਾ ਹੋਇਆ, ਇੱਕ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ, ਤਾਂ ਇੱਕ ਗੁਰੂ ਦੇ ਸਿੱਖ ਹੋਣ ਦੇ ਨਾਤੇ ਵੀ। ਇਹ ਤਾਂ ਦੇਖੋ ਕਈ ਵਾਰੀ ਸਾਡੇ ਵਰਗਿਆਂ ਨੂੰ ਖਮਿਆਜਾ ਭੁਗਤਣਾ ਪੈ ਜਾਂਦਾ ਆ ਵੀ ਖੱਜਲ ਖੁਆਰ। ਚਲੋ ਕੋਈ ਗੱਲ ਨਹੀਂ, ਜੇ ਖੱਜਲ ਖੁਆਰ ਹੋ ਗਿਆ ਤਾਂ ਹੋ ਗਿਆ, ਪਰ ਇਹਦੇ ਨਾਲ ਇਹ ਨਿਗਾ ਵੀ ਅਸੀਂ ਜੋ ਆਪਣੇ ਧਰਮ 'ਚੋਂ ਜਾਂ ਆਪਣੀਆਂ ਕਦਰਾਂ ਕੀਮਤਾਂ ਤੋਂ ਅਸੀਂ ਪਿੱਛੇ ਹਟ ਜਾਈਏ। ਸਹੀ ਗੱਲ ਕਰਨੀ, ਸਹੀ ਢੰਗ ਤੌਰ ਸਲੀਕੇ ਦੇ ਨਾਲ, ਤਰੀਕੇ ਦੇ ਨਾਲ ਇਹ ਫਰਜ਼ ਬਣਦਾ। ਤਾਂ ਇਹ ਹਰ ਇੱਕ ਦਾ ਮੈਂ ਸਮਝਦਾ ਕਿ ਇਹ ਫਰਜ਼ ਬਣਦਾ ਹੈ। ਇਸ ਦਾ ਜੋ ਪਿਛਲੇ ਸਮੇਂ ਤੋਂ ਹਾਲਾਤ ਬਣੇ
ਇੰਗਲੈਂਡ ਦੇ ਵਿੱਚ, ਲੰਡਨ ਦੇ ਵਿੱਚ ਭਾਰਤੀ ਅੰਬੈਸੀ ਦੇ ਉੱਪਰ ਹਮਲਾ ਹੁੰਦਾ ਹੈ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਪਰ NIA ਦੀ ਰੇਡ ਵੀ ਹੁੰਦੀ ਹੈ। ਉਹ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਲੱਗਦਾ ਕਿ ਉਹਨਾਂ ਚੀਜ਼ਾਂ ਦਾ ਵੀ ਕੋਈ ਅਸਰ ਰਿਹਾ? ਕਿ ਦੇਖੋ, ਜੋ ਉੱਥੇ ਇੰਡੀਅਨ ਐਮਬੈਸੀ ਦੇ ਬਾਹਰ ਹੋਇਆ, ਜਦੋਂ ਉੱਥੇ ਕੋਈ ਭੰਨ ਤੋੜ ਦੀ ਜਾਂ ਇਹ ਜੋ ਝੰਡਾ ਉਤਾਰਨ ਦੀ ਜਦੋਂ ਇਹ ਕਾਰਵਾਈ ਹੋਈ, ਜਦੋਂ ਮੈਨੂੰ ਵੀ ਇਸ ਗੱਲ ਦਾ ਪਤਾ ਲੱਗਾ, ਉਸ ਗੱਲ ਦਾ ਮੈਂ ਖੰਡਨ ਕੀਤਾ ਵੀ ਦੇਖੋ ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਜ਼ੋਰਦਾਰ ਸ਼ਬਦਾਂ ਦੇ ਵਿੱਚ ਉਹਨੂੰ ਕੰਡੈਮ ਕਰਨਾ ਇਹ ਵੀ ਸਾਡਾ ਫਰਜ਼ ਆ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਹੋਇਆ ਆ, ਜਿਹੜਾ UK ਦੇ ਵਿੱਚ, ਲੰਡਨ ਦੇ ਵਿੱਚ, ਸਾਡੀ ਰਾਜਧਾਨੀ ਦੇ ਵਿੱਚ। ਦੇਖੋ, ਲੰਡਨ ਇੱਕ ਬਹੁਤ ਵਿਸ਼ਾਲ ਜੋ ਸ਼ਹਿਰ ਆ, ਤੇ ਜਿਹਨੂੰ ਮੰਨਿਆ ਜਾਂਦਾ ਗਲੋਬਲ ਕੈਪੀਟਲ, ਜਿੱਥੇ ਦੁਨੀਆ ਭਰ ਦੇ ਲੋਕ ਆਉਂਦੇ ਨੇ, ਤਾਂ ਉਹ ਸਿਰਫ ਇੱਕ ਦੇਸ਼ ਦੀ ਰਾਜਧਾਨੀ ਨਹੀਂ, ਉਹ ਇੱਕ ਗਲੋਬਲ ਕੈਪੀਟਲ ਵਜੋਂ ਜਾਣਿਆ ਜਾਂਦਾ ਆ ਵੀ ਇੱਕ ਇਹੋ ਜਿਹੀ ਰਾਜਧਾਨੀ ਹੈ ਜਿੱਥੇ ਦੁਨੀਆ ਭਰ ਦੇ ਲੋਕ ਆਉਂਦੇ ਆ। ਇਹ ਕੁਝ ਚੰਦ ਸ਼ਹਿਰ ਨੇ ਜਿਹੜੇ ਦੁਨੀਆ ਦੇ ਜਿਹੜੇ ਇਹੋ ਜਿਹੇ ਨੇ, ਤਾਂ ਉੱਥੇ ਸਮੇਂ-ਸਮੇਂ 'ਤੇ ਮੁਜ਼ਾਹਰੇ ਹੁੰਦੇ ਰਹਿੰਦੇ ਨੇ, ਨਿੱਤ ਦਿਹਾੜੀ। ਤੁਸੀਂ ਸਮਝਦੇ ਇੱਥੇ ਇੰਡੀਆ 'ਚ ਹੀ ਹੁੰਦੇ, ਇੱਥੇ ਸਾਡੇ ਉੱਥੇ ਵੀ ਹੁੰਦੇ ਨੇ ਉਚੇਚੇ ਤੌਰ 'ਤੇ ਲੰਡਨ ਦੇ ਵਿੱਚ। ਦੇਖੋ, ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਆ, ਪਰ ਉਹ ਸ਼ਾਂਤਮਈ ਢੰਗ ਦੇ ਨਾਲ ਹੋਣਾ ਚਾਹੀਦਾ ਆ। ਕਿਸੇ ਵੀ ਸਰਕਾਰ ਦੇ ਖਿਲਾਫ, ਕਿਸੇ ਵੀ ਸਰਕਾਰ ਦੇ ਹੱਕ ਦੇ ਵਿੱਚ, ਕੋਈ ਸਾਡੇ ਹੱਕ ਦੇ ਵਿੱਚ ਸਾਡੇ ਖਿਲਾਫ ਹੋਵੇ, ਕੁਛ ਵੀ ਆ, ਹਰ ਇੱਕ ਜੀ ਆਇਆਂ ਨੂੰ ਜੀ ਸਦਕੇ ਆਪਣੀ ਗੱਲ ਕਰੋ, ਪਰ ਸ਼ਾਂਤਮਈ ਢੰਗ ਨਾਲ ਕਰੋ। ਜਦੋਂ ਕੁਝ ਗਲਤ ਹੁੰਦਾ ਆ ਤਾਂ ਉੱਥੇ ਦੇ ਜਿਹੜੀ ਸਰਕਾਰ ਨੇ ਵੀ, ਉੱਥੇ ਵਿਰੋਧੀ ਧਿਰ ਨੇ ਵੀ, ਉੱਥੇ ਜਿਹੜੇ ਲੰਡਨ ਦੇ ਮੇਅਰ ਸਦੀਕ ਖਾਨ, ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਵੀ ਇਹ ਗਲਤ ਹੋਇਆ ਆ ਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ, ਵੀ ਕੋਈ ਭੰਨ ਤੋੜ ਜਾਂ ਕੋਈ ਵੈਂਡਲਿਜ਼ਮ ਜਾਂ ਕੋਈ ਇਹੋ ਜਿਹੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ। ਅਤੇ ਦੇਖੋ, ਜਿੱਥੇ ਤੱਕ ਕਿਸੇ 'ਤੇ ਕੋਈ ਛਾਪੇ ਪਾਉਣੇ ਜਾਂ ਕੁਛ, ਜਿਹੜੇ ਕੋਈ ਅਮਨ ਸ਼ਾਂਤੀ ਨਾਲ ਰਹਿ ਰਹੇ ਨੇ ਜਾਂ ਆਪਣੇ ਵਧੀਆ ਤਰੀਕੇ ਨਾਲ ਕੋਈ ਜ਼ਿੰਮੇਵਾਰਾਂ ਤੌਰ 'ਤੇ ਇੱਥੇ ਇੰਡੀਆ ਦੇ ਵਿੱਚ ਜਾਂ ਜਿੱਥੇ ਵੀ ਉਹ ਰਹਿ ਰਹੇ ਨੇ, ਉਹਨਾਂ ਨੂੰ ਖੱਜਲ ਖੁਆਰ ਨਹੀਂ ਕੀਤਾ ਜਾਣਾ ਚਾਹੀਦਾ। ਜੇ ਕਿਸੇ ਦੇ ਖਿਲਾਫ ਕੋਈ ਸਬੂਤ ਹੈਗੇ ਆ ਜਾਂ ਕੋਈ ਜਿਹਨੂੰ ਕਹਿੰਦਾ ਐਕਸਟ੍ਰੀਮਿਸਟ, ਜੇ ਕੋਈ ਮਾੜੀ ਸੋਚ ਜਾਂ ਸੌੜੀ ਸੋਚ ਦਾ ਕੋਈ ਮਾਲਕ ਵਿਅਕਤੀ ਹੋਵੇ, ਉਹਨਾਂ 'ਤੇ ਕਾਰਵਾਈ ਕਰਨੀ ਉਹ ਸਰਕਾਰ ਦਾ ਫਰਜ਼ ਬਣਦਾ ਆ। ਪਰ ਸਬੂਤ ਤੱਥਾਂ ਦੇ ਨਾਲ, ਅਤੇ ਜੇ ਕੁਛ ਗਲਤ ਕੋਈ ਕੰਮ ਕਰ ਰਿਹਾ ਆ, ਉਹਨਾਂ 'ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ। ਪਰ ਜਿਹੜੇ ਕੋਈ ਸ਼ਾਂਤਮਈ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਉਹਨਾਂ ਨੂੰ ਮੈਂ ਸਮਝਦਾ ਵੀ ਖੱਜਲ ਖੁਆਰ ਨਹੀਂ ਕੀਤਾ ਜਾਣਾ ਚਾਹੀਦਾ। ਕਈ ਵਾਰੀ ਕੋਈ ਪਰਿਵਾਰ 'ਚੋਂ ਇੱਕ ਵਿਅਕਤੀ ਜੇ ਕੁਛ ਗਲਤ ਕਰੇ, ਤਾਂ ਜੇ ਉਹ ਮੁੰਡਾ ਕੁਛ ਗਲਤ ਕਰੇ, ਉਹ ਮਾਂ-ਬਾਪ ਉਹਦੇ ਲਈ ਨਹੀਂ ਜਵਾਬਦੇਹ। ਆਪਾਂ ਮਾਂ-ਬਾਪ ਨੂੰ ਜਾਂ ਬੱਚਿਆਂ ਨੂੰ ਜਾਂ ਘਰਵਾਲੀ ਨੂੰ ਆਪਾਂ ਉਹ ਕਟਹਿਰੇ 'ਚ ਨਹੀਂ ਖੜ੍ਹਾ ਕਰ ਸਕਦੇ। ਹਰ ਇੱਕ ਵਿਅਕਤੀ ਆਪਣੇ ਤੌਰ ਤਰੀਕੇ ਨਾਲ ਜੀਂਦਾ ਆ, ਆਪਣੇ ਫੈਸਲੇ ਉਹ ਲੈਂਦਾ ਆ, ਅਤੇ ਉਹ ਫੈਸਲਾ ਜਿੱਦਾਂ ਅਸੀਂ ਇੰਗਲਿਸ਼ ਕਹਿੰਦੇ ਹਾਂ ਵੀ ਐਵਰੀਬਡੀ ਲਿਵਸ ਐਂਡ ਡਾਇਜ਼ ਬਾਏ देयर ਓਨ ਡਿਸੀਜਨਸ, ਵੀ ਜੋ ਉਸ ਤਰੀਕੇ ਨਾਲ ਉਹ ਕਰਦੇ ਆ, ਉਹ ਵਿਅਕਤੀ ਨੇ ਜਿਹੜਾ ਕਰਨਾ ਆ, ਉਹ ਆਪਾਂ ਨੂੰ ਜੇ ਕੋਈ ਕਾਰਵਾਈ ਹੈਗੀ ਉਹ ਵਿਅਕਤੀ 'ਤੇ ਕੇਂਦਰਿਤ ਕਰਨੀ ਚਾਹੀਦੀ ਆ। ਸੋ ਇਸ ਤਰੀਕੇ ਮੈਂ ਇਹ ਦੇਖਦਾ ਹਾਂ। ਬਾਕੀ ਤਾਂ ਦੇਖੋ, ਮੇਰੀ ਨਿੱਜੀ ਫੇਰੀ ਸੀਗੀ, ਇੱਥੇ ਆ ਕੇ ਸਾਨੂੰ ਸੀਗਾ ਵੀ ਨਿਆਣੇ ਨੂੰ ਖੂਹ 'ਤੇ ਲੈ ਕੇ ਜਾਣਾ, ਕੁਛ ਪਰਿਵਾਰ ਨੂੰ ਮਿਲਣਾ, ਕੁਛ ਆਪਣੇ ਰਿਸ਼ਤੇਦਾਰੀਆਂ ਨਾਲ ਗੱਲਬਾਤ ਕਰਨੀ। ਇਹ ਤਾਂ ਚਲੋ ਇੱਕ ਕਿਸਮ ਦਾ ਖਬਰ ਵੈਸੇ ਹੀ ਬਣ ਗਈ ਹੈ। ਤਾਂ ਮੇਰਾ ਤਾਂ ਇਹ ਤੁਸੀਂ ਸੱਚ ਮੰਨੋ, ਇਹ ਤੁਹਾਨੂੰ ਵੀ ਮੈਨੂੰ ਪਤਾ ਜਗਬਾਣੀ TV ਦੇ ਨਾਲ ਵੀ ਆਪਾਂ ਹਮੇਸ਼ਾ ਇੰਟਰਵਿਊ ਕਰਦੇ ਨੇ, ਪਰ ਮੈਂ ਚਾਹੁੰਦਾ ਸੀਗਾ ਵੀ ਮੈਂ 4-5 ਦਿਨ ਇੱਥੇ ਰਹਿ ਕੇ ਫਿਰ ਜਦੋਂ ਮੈਂ ਆਪਾਂ ਫਿਰ ਬੈਠਦੇ ਹਾਂ, ਫਿਰ ਕੋਈ ਵਿਚਾਰ ਵਟਾਂਦਰਾ ਹੁੰਦਾ ਆ। ਪਰ ਇਹ ਐਤਕੀ ਸਭ ਕੰਮ ਥੋੜਾ ਖੇਚਲ ਦੇਣੀ ਪੈ ਗਈ। ਹਾਂਜੀ ਜੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤਾਂ ਮੈਨੂੰ ਆਸ ਆ ਕਿ ਤੁਹਾਡੇ ਦਰਸ਼ਕਾਂ ਨੂੰ ਆਪਣੀ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ, ਅਤੇ ਮੈਂ ਤੁਹਾਨੂੰ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਜਿਹੜਾ ਮੀਡੀਆ ਅਦਾਰਾ ਇਹ ਵੀ ਤਰੱਕੀਆਂ ਦੇ ਰਸਤੇ ਵੱਲ ਨੂੰ ਵਧੇ। ਤੁਸੀਂ ਪੰਜਾਬੀਆਂ ਦੀ, ਪੰਜਾਬੀ ਜ਼ੁਬਾਨ ਦੀ ਤੁਸੀਂ ਜਿੱਦਾਂ ਜਿਹੜੀ ਸੇਵਾ ਨਿਭਾ ਰਹੇ ਹੋ, ਇੱਦਾਂ ਹੀ ਨਿਭਾਈ ਜਾਓ। ਅਤੇ ਬਾਕੀ ਤਮਾਮ ਪੰਜਾਬੀਆਂ ਨੂੰ ਵੀ ਮੈਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਬੋਲਦਾ ਹਾਂ। ਤਾਂ ਮੈਨੂੰ ਆਸ ਹੈ ਕਿ ਤੁਹਾਨੂੰ ਇਸ ਨਾਚੀਜ਼ ਦੇ ਕੰਮ ਜਿਹੜੇ ਆ ਉੱਥੇ ਬਰਤਾਨਵੀ ਪਾਰਲੀਮੈਂਟ ਦੇ ਵਿੱਚ ਵੀ ਚੰਗੇ ਲੱਗਦੇ ਹੋਣਗੇ। ਅਤੇ ਜਿਹੜਾ ਤੁਹਾਡਾ ਸੋਸ਼ਲ ਮੀਡੀਆ 'ਤੇ ਜਿਹੜਾ ਤੁਸੀਂ ਉਚੇਚੇ ਤੋਂ ਜਿਹੜੇ ਟੈਨ ਟੇਸੀ ਦੇ ਜਿਹੜੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਜਾਂ ਟਿਕਟੋਕ 'ਤੇ ਜਿਹੜਾ ਤੁਸੀਂ ਸਾਥ ਦਿੰਦੇ ਆ, YouTube 'ਤੇ, ਉਹ ਤੁਸੀਂ ਇਹ ਥਾਪੀ ਦਿੰਦੇ ਰਹੋ ਆਪਣੇ ਬੱਚੇ ਨੂੰ। ਤਾਂ ਥੋੜ੍ਹਾ ਕੁ ਹੌਸਲਾ ਅਫਜ਼ਾਈ ਇੱਦਾਂ ਕਰਦੇ ਰਿਹਾ ਕਰੋ। ਪਰ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਢੇਸੀ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਉਹ ਬੱਲੇ ਬੱਲੇ ਸੰਧੂ ਸਾਹਿਬ, ਉਹ ਕਦੀ ਦਰਸ਼ਨ ਨਹੀਂ ਹੋਏ। ਉਹ ਕੀ ਗੱਲ ਸੰਧੂ ਸਾਹਿਬ, ਉਹ ਕਦੀ ਪੰਪ ਤੇ ਗੇੜਾ ਨਹੀਂ ਲੱਗਦਾ।
ਜ਼ਮੀਨ ਠੇਕੇ ਤੇ ਦੇਤੀ ਲੱਗਦਾ। ਉਹ ਨਾ ਸਿੱਪੀ ਬਾਈ, ਮੈਂ ਤੇ ਸਗੋਂ 30 ਕਿੱਲੇ ਹੋਰ ਲੈ ਲਈ ਠੇਕੇ ਦੇ। ਅੱਛਾ, ਤੇ ਫਿਰ ਝੋਨੇ ਨੂੰ ਪਾਣੀ ਕਿਵੇਂ ਲੱਗਦਾ? ਕਿਉਂਕਿ ਡੀਜ਼ਲ ਲੈਣ ਤਾਂ ਤੂੰ ਆਉਂਦਾ ਨਹੀਂ, ਲੱਗਦਾ ਜਨਰੇਟਰ ਵੀ ਪਾਣੀ ਨਾਲ ਹੀ ਚਲਾਈ ਜਾਂਦਾ। ਉਹ ਬਾਈ, ਸਾਨੂੰ ਜਨਰੇਟਰਾਂ ਦੀ ਲੋੜ ਨਹੀਂ ਹੁਣ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਰਕੇ ਖੇਤਾਂ ਨੂੰ ਨਿਰਵਿਘਨ ਬਿਜਲੀ ਜਾ ਰਹੀ ਆ, ਤੇ ਅਸੀਂ ਤੇਰਾ ਡੀਜ਼ਲ ਕੀ ਕਰਨਾ ਹੁਣ? ਸਹੀ ਗੱਲ ਆ ਸੰਧੂ ਸਾਹਿਬ, ਆਪਣੀ ਤਾਂ ਬਾਈ ਬੱਲੇ ਬੱਲੇ ਆ। ਤੇ ਧੰਨਵਾਦ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ। ਖੇਤੀਬਾੜੀ ਦੇ ਸੈਕਟਰ ਵਿੱਚ ਜਿਹੜੀ ਬਿਜਲੀ ਹੈ ਝੋਨੇ ਵਾਸਤੇ ਖਾਸ ਤੌਰ ਤੇ, ਜਿਹੜੀ ਪਹਿਲਾਂ 8 ਘੰਟੇ ਵੀ ਟੁੱਟ ਕੇ ਆਉਂਦੀ ਸੀ, 2 ਘੰਟੇ ਆ ਗਈ, ਘੰਟਾ ਚਲੀ ਗਈ, ਫਿਰ 2 ਘੰਟੇ ਆ ਗਈ, 2 ਘੰਟੇ ਚਲੀ ਗਈ, ਉਹ ਵੀ ਹੁਣ 10-10, 12-12, 14-14 ਘੰਟੇ ਨਿਰਵਿਘਨ ਚੱਲ ਰਹੀ ਹੈ। ਅਸੀਂ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚ ਵੀ ਜਾਣ ਨਹੀਂ ਦਿੱਤਾ, ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ 1 ਸਾਲ ਨਿਰਵਿਘਨ ਪੂਰਾ ਹੋ ਗਿਆ।